Hi everyone, welcome to Maple Sisters. ਅੱਜ ਦੀ ਇਸ ਵੀਡੀਓ ਦੇ ਵਿੱਚ we will be discussing a recent IELTS writing task 2 question. ਉਸ ਤੋਂ ਬਾਅਦ ਆਪਾਂ ਸਾਰਾ essay ਨਾਲ ਲਿਖਾਂਗੇ and we will be discussing strategies ਕਿ ਤੁਸੀਂ ਕਿਵੇਂ sentence formation ਕਰਨੀ ਹੈ ਆਪਣੇ paragraphs ਦੀ, how to introduce the topic, how to conclude the topic. Okay, so let's begin. अपना क्वेश्चन है some people say that advertisements are extremely successful at persuading us to buy things. ਕੁਛ ਲੋਕ ਕਹਿੰਦੇ ਨੇ ਕਿ ਜੋ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਉਹ ਬਹੁਤ ਸਕਸੈਸਫੁਲ ਹੁੰਦੀਆਂ ਨੇ ਕਿ ਉਹ ਆਪਣੇ 'ਤੇ ਪ੍ਰਭਾਵ ਪਾ ਲੈਣ ਅਤੇ ਆਪਾਂ ਉਹ ਚੀਜ਼ ਬਾਏ ਕਰ ਲਈਏ. While others think advertisements are so common that we no longer pay attention to them. ਤੇ ਕੁਛ ਲੋਕ ਇਹ ਸੋਚਦੇ ਨੇ ਕਿ ਉਹ ਐਡਵਰਟਾਈਜ਼ਮੈਂਟਸ ਇੰਨੀਆਂ ਆਮ ਹੋ ਚੁੱਕੀਆਂ ਨੇ that we simply ignore them or skip them. ਆਪਣਾ ਜੋ ਕੁਐਸਚਨ ਹੈ ਉਹ ਕਹਿੰਦਾ ਹੈ discuss both views and give your opinion. Okay, this is the type of the question. ਇਹਦਾ ਮਤਲਬ ਇਹ ਹੋਇਆ ਕਿ ਆਪਾਂ ਨੂੰ ਦੋਨਾਂ ਗੱਲਾਂ 'ਤੇ ਹੀ ਆਪਣਾ ਜੋ ਇੱਕ ਪੁਆਇੰਟ ਆਫ ਵਿਊ ਦੇਣਾ ਪਏਗਾ ਅਤੇ ਐਂਡ 'ਤੇ ਆਪਣਾ ਓਪੀਨੀਅਨ ਵੀ ਆਪਾਂ ਦੋਨੇ ਗੱਲਾਂ ਹੀ ਡਿਸਕਸ ਕਰਨੀਆਂ ਪੈਣਗੀਆਂ. ਐਜ਼ ਸੱਚ ਦੇਅਰ ਵਿਲ ਬੀ ਇਨ ਟੋਟਲ 3 ਪੈਰਾਗ੍ਰਾਫਸ. ਇੱਕ ਜੋ ਡਿਸਕਸ ਕਰੇਗਾ ਕਿ ਐਡਵਰਟਾਈਜ਼ਮੈਂਟਸ ਕਿਉਂ ਆਪਾਂ ਨੂੰ ਪਰਸੂਏਟ ਕਰ ਸਕਦੀਆਂ ਨੇ ਕੋਈ ਚੀਜ਼ ਬਾਏ ਕਰਨ 'ਤੇ. ਸੈਕਿੰਡ ਕਿ ਐਡਵਰਟਾਈਜ਼ਮੈਂਟਸ ਕਾਮਨ ਹੋਣ ਕਾਰਨ ਇੰਨਾ ਆਪਾਂ ਨੂੰ ਇੰਪੈਕਟ ਨਹੀਂ ਕਰ ਪਾਉਂਦੀਆਂ. ਅਤੇ ਥਰਡ ਹੋਏਗਾ ਆਪਣਾ ਓਪੀਨੀਅਨ. So in total there will be 5 paragraphs: introduction, BP1, BP2, BP3 and the conclusion. Now for writing I have the Peel strategy. Peel with a triple E. ਇਹਦੇ ਵਿੱਚ ਜੋ ਇਹ ਲੈਟਰਸ ਨੇ ਅਲਫਾਬੈਟਸ ਨੇ ਇਹਨਾਂ ਦਾ ਇੱਕ ਆਪਣਾ ਮੀਨਿੰਗ ਹੈ. ਜਦੋਂ ਵੀ ਆਪਾਂ ਕੋਈ ਬੋਡੀ ਪੈਰਾਗ੍ਰਾਫ ਲਿਖਦੇ ਹਾਂ ਉਹਦੇ ਵਿੱਚ ਅਗਰ ਜੇ ਆਪਾਂ ਇਹ ਪੀਲ ਸਟ੍ਰੈਟਜੀ ਨੂੰ ਫੋਲੋ ਕਰੀਏ ਤਾਂ ਇੱਕ ਤਾਂ ਆਪਾਂ ਆਪਣਾ ਪੈਰਾਗ੍ਰਾਫ ਈਜ਼ੀਲੀ ਫਾਰਮ ਕਰ ਸਕਦੇ ਹਾਂ. ਆਪਾਂ ਨੂੰ ਖੁਦ ਤੋਂ ਕੋਈ ਲਾਈਨ ਸੋਚਣੀ ਨਹੀਂ ਪੈਂਦੀ. ਆਪਣਾ ਬ੍ਰੇਨ ਆਪਣੇ ਆਪ ਕੰਟੀਨਿਊ ਕਰਦਾ ਹੈ ਕਿ ਆਪ ਨੂੰ ਪਤਾ ਹੁੰਦਾ ਕਿ ਮੈਂ ਕਿਹੜਾ ਸੈਂਟੈਂਸ ਲੱਭ ਰਿਹਾ. ਟੂ ਗਿਵ ਐਨ ਐਗਜ਼ਾਮਪਲ ਲੈਟਸ ਸਟਾਰਟ. ਸਭ ਤੋਂ ਪਹਿਲਾਂ ਪੀ ਦਾ ਮਤਲਬ ਹੈ ਪੁਆਇੰਟ, ਯਾਨੀ ਕਿ ਜੋ ਤੁਸੀਂ ਆਪਣੇ ਪੈਰਾਗ੍ਰਾਫ ਵਾਸਤੇ ਆਈਡੀਆ ਸੋਚਿਆ ਹੈ ਫॉर BP1 ਤੁਸੀਂ ਉਹਨੂੰ ਸਟੇਟ ਐਜ਼ ਇਟ ਇਜ਼ ਲਿਖ ਦਿਓ ਜੋ ਤੁਹਾਡਾ ਮੇਨ ਆਈਡੀਆ ਹੈ. ਫॉर ਐਗਜ਼ਾਮਪਲ ਉਹਦੇ ਕੇਸ ਦੇ ਵਿੱਚ ਆਪਣੇ ਕੋਲ ਹੋਏਗਾ ਕਿ ਐਡਵਰਟਾਈਜ਼ਮੈਂਟ ਸਕਸੈਸਫੁਲ ਹੁੰਦੀਆਂ ਨੇ ਐਟ ਪਰਸੂਏਡਿੰਗ ਅਸ ਟੂ ਬਾਏ ਥਿੰਗਸ. ਉਸ ਤੋਂ ਬਾਅਦ ਤੁਸੀਂ ਉਹ ਪੁਆਇੰਟ ਨੂੰ ਐਕਸਪਲੇਨ ਕਰਨਾ. ਐਕਸਪਲੇਨ ਮਤਲਬ ਯੂ ਹੈਵ ਟੂ ਆਨਸਰ ਦ ਕੁਐਸਚਨ ਕਿਉਂ. ਇੱਦਾਂ ਕਿਉਂ ਹੁੰਦਾ ਹੈ ਕਿ ਜੋ ਐਡਵਰਟਾਈਜ਼ਮੈਂਟਸ ਨੇ ਉਹ ਸਕਸੈਸਫੁਲ ਹੁੰਦੀਆਂ ਨੇ ਆਪਣੇ 'ਤੇ ਪ੍ਰਭਾਵ ਪਾਉਣ ਦੇ ਵਿੱਚ ਅਤੇ ਆਪਾਂ ਉਹ ਚੀਜ਼ ਬਾਏ ਕਰ ਲੈਂਦੇ ਹਾਂ. ਨੈਕਸਟ ਈ ਰੀਪ੍ਰਜੈਂਟਸ ਇਫੈਕਟ. ਅੱਛਾ ਉਹਨਾਂ ਨੇ ਠੀਕ ਹੈ ਉਹਨਾਂ ਨੇ ਆਪਣੇ 'ਤੇ ਪ੍ਰਭਾਵ ਪਾ ਲਿਆ. ਉਸ ਤੋਂ ਬਾਅਦ ਕੀ ਹੁੰਦਾ ਹੈ ਉਹਦਾ ਰਿਜ਼ਲਟ ਕੀ ਨਿਕਲ ਕੇ ਆ ਰਿਹਾ ਹੈ. ਠੀਕ ਹੈ ਕਿ ਆਪਾਂ ਨੂੰ ਅਗਰ ਇਸ ਚੀਜ਼ ਨੂੰ ਐਜ਼ ਅ ਹੋਲ ਦੇਖੀਏ ਠੀਕ ਹੈ ਤਾਂ ਲੈਟਸ ਸੇ ਕਿ ਵੀ ਆਰ ਬਾਇੰਗ ਮੋਰ ਥਿੰਗਸ. ਆਪਣੇ 'ਤੇ ਐਡਵਰਟਾਈਜ਼ਮੈਂਟਸ ਦਾ ਪ੍ਰਭਾਵ ਪੈ ਗਿਆ, ਵੀ ਆਰ ਬਾਏ ਥਿੰਗਸ. ਉਸ ਤੋਂ ਬਾਅਦ ਕੀ ਹੋ ਰਿਹਾ ਵੀ ਕੈਨ ਸੇ ਕਿ ਕੰਜ਼ਿਊਮਰਿਜ਼ਮ ਵੱਧ ਰਿਹਾ ਹੈ ਨਾ, ਕਿ ਲੋਕ ਜਿਨ੍ਹਾਂ ਚੀਜ਼ਾਂ ਨੂੰ ਲੋੜ ਵੀ ਨਹੀਂ ਹੈਗੀ ਐਸਾ ਜੋ ਉਹ ਬਾਈ ਕਰੀ ਜਾਂਦੇ ਆ. ਉਸ ਤੋਂ ਬਾਅਦ ਯੂ ਹੈਵ ਟੂ ਗਿਵ ਐਨ ਐਗਜ਼ਾਮਪਲ ਤੁਹਾਡੇ ਟੋਪਿਕ ਜੋ ਤੁਸੀਂ ਪੁਆਇੰਟ ਸਟੇਟ ਕੀਤਾ ਉਹਦੇ ਰਿਲੇਟਿਡ. ਫੋਰ ਐਗਜ਼ਾਮਪਲ ਤੁਸੀਂ ਇੱਦਾਂ ਦੱਸ ਸਕਦੇ ਹੋ ਕਿ ਕੋਈ ਸਕਸੈਸਫੁਲ ਕੰਪਨੀ ਹੈ ਉਹ ਇਹ ਐਡਵਰਟਾਈਜ਼ਮੈਂਟਸ ਕਰਦੀ ਹੈ ਅਤੇ ਇਹ ਐਡਵਰਟਾਈਜ਼ਮੈਂਟਸ ਦੇ ਨਾਲ ਕੰਜ਼ਿਊਮਰ ਕਨੈਕਟ ਕਰਦੇ ਨੇ ਅਤੇ ਫਿਰ ਉਹਨਾਂ ਦਾ ਪ੍ਰੋਡਕਟ ਜੋ ਹੈ ਉਹ ਬਾਏ ਕਰ ਲੈਂਦੇ ਨੇ. ਅਤੇ ਲਾਸਟ ਹੈ ਲਿੰਕ ਬੈਕ, ਯਾਨੀ ਕਿ ਜੋ ਤੁਹਾਡਾ ਪੁਆਇੰਟ ਹੈ ਉਹਨੂੰ ਇੱਕ ਵਾਰ ਫਿਰ ਐਂਡ 'ਤੇ ਕਨੈਕਟ ਕਰ ਦਿਓ ਕਿ ਕਿਉਂ ਮੇਰਾ ਪੁਆਇੰਟ ਜੋ ਆਪਾਂ ਇਹ ਉਹਦੇ ਕੁਐਸਚਨ ਡਿਸਕਸ ਕਰ ਰਹੇ ਹਾਂ ਇਹਦੇ ਨਾਲ ਰਿਲੇਟ ਹੁੰਦਾ ਹੈ. ਸੋ ਦੈਟ ਇਜ਼ ਯੋਰ ਪੀਲ ਸਟ੍ਰੈਟਜੀ, ਪੀਲ ਵਿਦ ਅ ਟ੍ਰਿਪਲ E. Okay, now let's start with writing the paragraph of a essay itself. ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਆਪਾਂ ਵਿੱਚ ਕੀ ਲਿਖਣਾ ਹੁੰਦਾ ਹੈ. ਸਭ ਤੋਂ ਪਹਿਲਾਂ ਓਪਨਿੰਗ ਲਾਈਨ. ਠੀਕ ਹੈ, ਓਪਨਿੰਗ ਲਾਈਨ ਦਾ ਕੀ ਮਤਲਬ ਹੁੰਦਾ ਹੈ ਕੋਈ ਵੀ ਕਾਮਨ ਜੀ ਲਾਈਨ ਜਿਹੜੀ ਆਪਣੇ ਜੋ ਕੁਐਸਚਨ ਹੈ ਉਹਨੂੰ ਸੂਟ ਕਰੇ. ਉਹਦੀ ਐਡਵਰਟਾਈਜ਼ਮੈਂਟ ਦੀ ਗੱਲ ਹੋਈ ਹੈ ਤਾਂ ਆਪਾਂ ਸਟਾਰਟਿੰਗ ਦੇ ਵਿੱਚ ਐਡਵਰਟਾਈਜ਼ਮੈਂਟ ਬਾਰੇ ਕੋਈ ਵੀ ਕਾਮਨ ਲਾਈਨ ਲਿਖ ਦਾਂਗੇ ਕਿ ਜਿਵੇਂ ਐਡਵਰਟਾਈਜ਼ਮੈਂਟਸ ਦਾ ਅੱਜ ਦੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਲਾਈਕ ਉਹਨਾਂ ਦੀ ਸਿਗਨੀਫਿਕੈਂਸ ਹੈ, ਇੰਪੋਰਟੈਂਸ ਹੈ, ਸਮਥਿੰਗ ਲਾਈਕ ਦੈਟ. ਉਸ ਤੋਂ ਬਾਅਦ ਤੁਸੀਂ ਅਗਲੀ ਲਾਈਨ ਲਿਖੋਗੇ ਉਹ ਹੈਗੀ ਪੈਰਾਫਰੇਜ਼ ਆਫ ਦ ਕੁਐਸਚਨ. ਜੋ ਤੁਹਾਨੂੰ ਇਹ ਕੁਐਸਚਨ ਆਇਆ ਇਹਨੂੰ ਹੀ ਆਪਾਂ ਪੈਰਾਫਰੇਜ਼ ਕਰਕੇ ਅੱਗੇ ਆਪਣੀ ਸੈਕਿੰਡ ਜੋ ਸੈਂਟੈਂਸ ਹੈ ਉਹ ਬਣਾਵਾਂਗੇ ਇੰਟਰੋਡਕਸ਼ਨ ਦਾ. ਅਤੇ ਲਾਸਟ ਹੈ ਵਾਟ ਦਿਸ ਐਸੇ ਵਿਲ ਡਿਸਕਸ. ਉਹਦਾ ਮਤਲਬ ਇਹ ਹੋ ਗਿਆ ਕਿ ਜੋ ਹੁਣ ਆਪਾਂ ਅੱਗੇ ਲਿਖ ਰਹੇ ਹਾਂ BP1, BP2, BP3 ਉਹਦੇ ਵਿੱਚ ਆਪਾਂ ਕੀ ਡਿਸਕਸ ਕਰਨ ਵਾਲੇ ਹਾਂ
एंड यू कैन ऑल्सो गिव योर ओपीनियन देयर। ठीक है, एक लाइक सिंपल 2-3 वर्ड्स ਦੇ ਵਿੱਚ ਤੁਹਾਡਾ ਕੀ ओपीनियन होगा, यू कैन डिस्कस दैट टू। सो सैंपल इंट्रोडक्शन विल बी, पहली ਆਪਾਂ डिस्कस कर रहे हैं ओपनिंग लाइन। एडवर्टाइजिंग प्लेज अ पिवटल रोल इन शेपिंग कंज्यूमर बिहेवियर। एक इंपॉर्टेंट रोल ਦੀ ਜਾਂ ਸਿਗਨੀਫੀਕੈਂਟ ਦੀ ਜਗ੍ਹਾ ਆਪਾਂ ਇੱਕ ਵਧੀਆ ਵੋਕੈਬ ਦਾ ਵਰਡ ਯੂਜ਼ ਕਰ ਲਿਆ। ਪਿਵਟਲ ਜਿਹਦਾ ਮਤਲਬ ਵੀ ਸੇਮ ਵੀ ਹੈ ਕਿ ਕੋਈ ਕ੍ਰੂਸ਼ੀਅਲ ਇੰਪੋਰਟੈਂਸ ਦੀ ਚੀਜ਼ ਹੈ। ਤਾਂ ਐਡਵਰਟਾਈਜ਼ਿੰਗ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਨ ਸ਼ੇਪਿੰਗ ਕੰਜ਼ਿਊਮਰ ਬਿਹੇਵੀਅਰ, ਯਾਨੀ ਕਿ ਜੋ ਚੀਜ਼ ਬਾਏ ਕਰਦੇ ਨੇ ਉਹਨਾਂ ਦਾ ਬਿਹੇਵੀਅਰ ਸ਼ੇਪ ਕਰਨ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਕਾਮਨ ਜੀ ਲਾਈਨ ਹੈ ਅਬਾਊਟ ਐਡਵਰਟਾਈਜ਼ਿੰਗ। ਅੱਗੇ ਆਪਾਂ ਕਰਾਂਗੇ ਕੁਐਸਚਨ ਨੂੰ ਪੈਰਾਫਰੇਜ਼। While some argue that advertisements are highly persuasive, ਉੱਥੇ persuading word use ਹੋਇਆ ਸੀਗਾ, verb ਸੀਗਾ, ਆਪਾਂ ਨੇ ਉਹਨੂੰ change ਕਰ ਲਿਆ to a noun। ठीक है, ਤਾਂ ਕਿ ਉਹ word ਵੀ change ਹੋ ਗਿਆ, but still you did not need to be thinking about any new word। ਵੈਸੇ ਤੁਸੀਂ ਉਰੇ convincing ਵੀ use ਕਰ ਸਕਦੇ ਹੋ। While some argue that advertisements are highly persuasive, others believe they have become so frequent that people tend to ignore them। ਉਹਨਾਂ ਨੇ ਵਰਡ ਯੂਜ਼ ਕੀਤਾ ਸੀ ਕਾਮਨ, ਆਪਾਂ ਕਰ ਲਿਆ ਯੂਜ਼ ਫਰੀਕੁਐਂਟ। ਤੇ ਉਹਨਾਂ ਨੇ ਕਿਹਾ ਸੀ ਕਿ people do not pay attention to them, and what is the word for not paying attention? It is ignore। सो अपनी पैराफ्रेज लाइन की बन गई, while some argue that advertisements are highly persuasive, others believe they have become so frequent that people tend to ignore them। ਹੁਣ ਅੱਗੇ ਆएगी अपनी लाइन about what this essay will discuss। This essay will discuss both perspectives, क्योंकि अपना discuss both views का question है। Before concluding, ਹੁਣ ਉਰੇ ਆਪਾਂ ਦੱਸਾਂਗੇ ਆਪਣਾ ਜੋ opinion ਹੈ। Before concluding that advertisements remain highly influential despite their commonality। ठीक है, ਆਪਾਂ ਨੇ ਉਰੇ ਆਪਣਾ ਜੋ ਝੁਕਾਵ ਹੈ ਕਿੱਧਰ ਵੱਲ ਹੈ ਕਿ ਐਡਵਰਟਾਈਜ਼ਮੈਂਟਸ ਅੱਜ ਵੀ ਕੰਜ਼ਿਊਮਰਸ 'ਤੇ ਬਹੁਤ ਇੰਪੈਕਟ ਰੱਖਦੀਆਂ ਨੇ, ਡਿਸਪਾਈਟ ਕਿ ਉਹ ਬਹੁਤ ਜ਼ਿਆਦਾ ਕਾਮਨ ਨੇ। ਕਾਮਨ ਵਾਸਤੇ ਆਪਾਂ ਨੇ ਉਹਦੇ ਨਾਲ ਦਾ ਇੱਕ ਵਰਡ ਯੂਜ਼ ਕਰ ਲਿਆ ਕਾਮਨੈਲਿਟੀ। ਇਟ ਇਜ਼ ਆਲਸੋ ਫਰੋਮ ਦ ਸੇਮ ਫੈਮਿਲੀ ਆਫ ਵਰਡਸ। ਅਤੇ ਇਨਫਲੂਐਂਸ਼ੀਅਲੀ ਸਿਗਨੀਫਿਕੈਂਟਲੀ ਆਪਾਂ ਜੋ ਵਰਡ ਯੂਜ਼ ਕਰ ਲਿਆ ਇਨਫਲੂਐਂਸ਼ੀਅਲ। ਐਜ਼ ਸੱਚ ਤੁਹਾਡੀ ਇੰਟਰੋਡਕਸ਼ਨ ਜੋ ਹੈ ਇਟਸ ਰੈਡੀ। ਓਕੇ, ਨਾਓ ਲੈਟਸ ਗੋ ਟੂ ਬੋਡੀ ਪੈਰਾਗ੍ਰਾਫ 1। ਹੁਣ ਜਿਹੜੀ ਮੈਂ ਤੁਹਾਨੂੰ ਪੀਲ ਸਟ੍ਰੈਟਜੀ ਦੱਸੀ ਹੈ ਦੈਟ ਇਜ਼ ਫॉर योर ਬੋਡੀ ਪੈਰਾਗ੍ਰਾਫਸ। ਇੰਟਰੋਡਕਸ਼ਨ ਵਾਸਤੇ ਤੁਸੀਂ 3 ਲਾਈਨਾਂ ਹੀ ਲਿਖਣੀਆਂ ਹੁੰਦੀਆਂ ਨੇ, ਓਪਨਿੰਗ ਲਾਈਨ, ਪੈਰਾਫਰੇਜ਼ ਲਾਈਨ ਅਤੇ ਤੁਹਾਡੀ ਡਿਸਕਸ਼ਨ ਲਾਈਨ ਕਿ ਤੁਸੀਂ ਕੀ ਲਿਖੋਗੇ ਅੱਗੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਵਿਦ ਆਪਣੀ ਪੀਲ ਸਟ੍ਰੈਟਜੀ। ਪੀਲ ਸਟ੍ਰੈਟਜੀ ਦਾ ਪਹਿਲਾ ਕੀ ਸੀ? ਪੁਆਇੰਟ। ਤਾਂ ਆਪਾਂ ਸਭ ਤੋਂ ਪਹਿਲਾਂ ਸਟੇਟ ਕਰਾਂਗੇ ਆਪਣਾ ਜੋ ਵਿਊ ਹੈ ਕਿ ਹਾਂ ਐਡਵਰਟਾਈਜ਼ਮੈਂਟਸ ਅੱਜ ਵੀ ਕਾਫੀ ਇਨਫਲੂਐਂਸ਼ੀਅਲ ਨੇ ਅਤੇ ਉਹਨਾਂ ਕਰਕੇ ਕੋਈ ਬੰਦਾ ਕੋਈ ਚੀਜ਼ ਖਰੀਦ ਲੈਂਦਾ। पॉइंट की है, many people believe that advertisements are powerful tools that influence consumer decisions। ਇਹ ਕਹਿਣ ਦੀ ਬਜਾਏ ਕਿ they make us buy something, ਆਪਾਂ ਨੇ ਕੀ ਕਰ ਲਿਆ ਕਿ ਆਪਣੇ ਉਹ ਡਿਸੀਜ਼ਨ ਨੂੰ ਇਨਫਲੂਐਂਸ ਕਰਦੇ ਨੇ। ਓਕੇ, many people believe that advertisements are powerful tools that influence consumer decisions। ਹੁਣ ਆਪਾਂ ਕਰਾਂਗੇ ਇਹਨੂੰ ਐਕਸਪਲੇਨ ਕਿ ਕਿਉਂ। Companies use psychological techniques such as emotional appeals, persuasive slogans, and celebrity endorsements to create a strong impact। ਪਹਿਲਾਂ ਦੇਖੋ ਆਪਣਾ ਵੋਕੈਬਲਰੀ ਕਿੱਦਾਂ ਦੀ ਯੂਜ਼ ਕੀਤੀ ਹੈ। ਸਾਈਕੋਲੋਜੀਕਲ, ਇਮੋਸ਼ਨਲ ਅਪੀਲ, ਪਰਸੂਏਸਿਵ ਸਲੋਗਨ, celebrity endorsement। endorsement is another word for advertisement, ਉਹਦਾ ਹੀ ਸਿਨੋਨਿਮ ਹੁੰਦਾ ਇਹ। ਠੀਕ ਹੈ, ਇਮੋਸ਼ਨਲ ਅਪੀਲ ਦਾ ਕੀ ਮਤਲਬ ਹੋਇਆ ਕਿ ਕਈ ਵਾਰ ਜਿਹੜੀਆਂ ਐਡਸ ਨੇ ਰਾਈਟ ਉਹ ਕਿਸੇ ਪਰਟੀਕੂਲਰ ਬੱਚਿਆਂ 'ਤੇ ਟਾਰਗੇਟਡ ਹੁੰਦੀਆਂ ਨੇ ਤਾਂ ਕਿ ਪੇਰੈਂਟਸ ਨੂੰ ਫੀਲ ਹੋਵੇ ਕਿ ਹਾਂ ਸਾਨੂੰ ਆਪਣੇ ਬੱਚਿਆਂ ਲਈ ਇੱਦਾਂ ਕਰਨਾ ਚਾਹੀਦਾ ਹੈ। ਪਰਸੂਏਸਿਵ ਸਲੋਗਨਸ, ਠੀਕ ਹੈ, ਕਈ ਵਾਰ ਉਹ ਸਲੋਗਨ ਬਣਾ ਦਿੰਦੇ ਨੇ। ਫੋਰ ਐਗਜ਼ਾਮਪਲ ਮਾਊਂਟੇਨ ਡਿਊ ਦਾ ਹੁੰਦਾ ਕਿ ਡਰ ਕੇ ਆਗੇ ਜੀਤ ਹੈ, ਤਾਂ ਜਿੱਥੇ ਵੀ ਉਹ ਮੈਂਸ਼ਨ ਹੋਏਗਾ ਆਪਣੇ ਦਿਮਾਗ 'ਚ ਇੱਕਦਮ ਆ ਜਾਂਦਾ ਹਾਂ ਕਿ ਮਾਊਂਟੇਨ ਡਿਊ ਦਾ ਹੈ ਰਾਈਟ। ਅਤੇ ਸੈਲੈਬਰਿਟੀ ਇੰਡੋਰਸਮੈਂਟਸ, ਆਪਣੇ ਪ੍ਰੋਡਕਟਸ ਨੂੰ ਸੈਲੈਬਰਿਟੀ ਰਾਹੀਂ ਵਿਕਵਾਉਣਾ ਰਾਈਟ। For example, Yami Gautam does the ad for Glow and Lovely now, okay। ਆਪਾਂ ਐਕਸਪਲੇਨ ਕੀਤਾ ਕਿ ਕੰਪਨੀਜ਼ ਇਸ ਤਰ੍ਹਾਂ ਦੀਆਂ ਸਾਈਕੋਲੋਜੀਕਲ ਟੈਕਨੀਕਸ ਯੂਜ਼ ਕਰਦੀਆਂ ਨੇ ਫॉर एग्जाम्पल as emotional appeals, persuasive slogans, celebrity endorsements to create a strong impact। ਇਹਦੇ ਨਾਲ ਕੀ ਹੁੰਦਾ ਹੈ ਆਪਣੇ ਜੋ ਕੰਜ਼ਿਊਮਰ ਡਿਸੀਜਨਸ ਨੇ ਉਹ ਇਨਫਲੂਐਂਸ ਹੁੰਦੇ ਨੇ। ਸੋ what is this line? This line is the
ਰੀਜ਼ਨ ਵਾਈ ਦਿਸ ਹੈਪਨਸ। ਆਪਾਂ ਕੀ ਕੀਤਾ, ਪੁਆਇੰਟ ਨੂੰ ਐਕਸਪਲੇਨ ਕੀਤਾ। ਓਕੇ, ਸੋ ਵੀ ਕੈਨ ਸੇ ਦੈਟ ਦਿਸ ਇਜ਼ ਦ ਬਿਕੋਜ਼ ਆਫ ਦਿਸ ਪੁਆਇੰਟ। ਓਕੇ, ਹੁਣ ਅੱਗੇ ਆਪਣਾ ਨੈਕਸਟ ਈ ਕੀ ਹੈ, ਇਫੈਕਟ। ਅੱਛਾ ਠੀਕ ਹੈ, ਉਹਨਾਂ ਨੇ ਸਾਈਕੋਲੋਜੀਕਲ ਟੈਕਨੀਕਸ ਯੂਜ਼ ਕਰ ਲਈਆਂ। ਹੁਣ ਦੱਸੋ ਉਹਦਾ ਹੋਏਗਾ ਕੀ, ਇਫੈਕਟ। This leads to increased brand awareness and consumer trust. Obviously ਅਗਰ ਤੁਸੀਂ ਆਪਣਾ ਕੋਈ ਨਵਾਂ ਪ੍ਰੋਡਕਟ ਲਾਂਚ ਕਰਵਾ ਰਹੇ ਹੋ, ਤੁਸੀਂ ਉਹਨੂੰ ਕਿਸੇ ਸੈਲੈਬ੍ਰਿਟੀ ਰਾਹੀਂ ਲਾਂਚ ਕਰਵਾਇਆ ਜਿਹਨੂੰ ਲੋਕੀ ਦੇਖਦੇ ਨੇ, ਉਹਦੇ ਨਾਲ ਤੁਹਾਡੇ ਬ੍ਰਾਂਡ ਦੀ ਅਵੇਅਰਨੈਸ ਵਧੇਗੀ, ਤੁਹਾਡੇ ਬ੍ਰਾਂਡ ਦੀ ਜਾਗਰੂਕਤਾ बढ़ेगी ਅਤੇ ਨਾਲ ਦੀ ਨਾਲ ਕੰਜ਼ਿਊਮਰ ਦਾ ਵੀ ਟਰਸਟ ਆਏ ਕਿ ਨਹੀਂ ਇਹ ਬੰਦਾ, ਇਹ ਸੈਲੈਬ੍ਰਿਟੀ ਇਹਨੂੰ ਐਡਵਰਟਾਈਜ਼ ਕਰ ਰਿਹਾ, ਦੈਟ ਮੀਨਸ ਇਹ ਇੱਕ ਟਰਸਟਵਰਦੀ ਪ੍ਰੋਡਕਟ ਹੈ। ਇੱਦਾਂ ਹੀ ਕੋਈ ਸੈਲੈਬ੍ਰਿਟੀ ਕਿਸੇ ਆਮ ਜਿਹੇ ਪ੍ਰੋਡਕਟ ਦੀ ਜੋ ਐਡਵਰਟਾਈਜ਼ਮੈਂਟ ਹੈ ਉਹ ਨਹੀਂ ਕਰੇਗਾ, right? That's trustworthy. Ultimately, encouraging people to purchase products they might not have considered before. ਇਹਦੇ ਨਾਲ ਕੀ ਹੁੰਦਾ, ਜਦੋਂ ਆਪਾਂ ਨੂੰ ਕਿਸੇ ਬ੍ਰਾਂਡ ਦੀ ਅਵੇਅਰਨੈਸ ਹੋ ਜਾਂਦੀ ਹੈ ਅਤੇ ਆਪਣਾ ਕੰਜ਼ਿਊਮਰ ਟਰਸਟ ਬਣ ਜਾਂਦਾ ਹੈ, ਉਹਦੇ ਨਾਲ ਆਪਾਂ ਨੂੰ ਐਨਕਰੇਜਮੈਂਟ ਮਿਲਦੀ ਹੈ ਕਿ ਹਾਂ ਆਪਾਂ ਆਹ ਪ੍ਰੋਡਕਟ ਵੀ ਬਾਏ ਕਰ ਸਕਦੇ ਹਾਂ। ਓਕੇ, ਦੈਟ ਦੇ ਮਾਈਟ ਨਾਟ ਹੈਵ ਕੰਸੀਡਰਡ ਬਿਫੋਰ, ਮਤਲਬ ਜੇ ਉਹ ਕੰਪਨੀ ਐਡਵਰਟਾਈਜ਼ਮੈਂਟ ਹੀ ਨਾ ਕਰਦੀ ਤਾਂ ਆਪਾਂ ਨੂੰ ਕਿਵੇਂ ਪਤਾ ਲੱਗਦਾ, ਤਾਂ ਆਪਾਂ ਉਸ ਪ੍ਰੋਡਕਟ ਨੂੰ ਕੰਸੀਡਰ ਵੀ ਨਾ ਕਰਦੇ ਪਹਿਲਾਂ ਬਾਏ ਕਰਨ ਲਈ। ਪਰ ਕਿਉਂਕਿ ਉਹਨਾਂ ਨੇ ਆਪਣੀ ਇਮੋਸ਼ਨਲ ਅਪੀਲ ਰਾਹੀਂ, ਸਲੋਗਨ ਰਾਹੀਂ ਜਾਂ ਸੈਲੈਬ੍ਰਿਟੀਆਂ ਰਾਹੀਂ ਆਪਣੇ 'ਤੇ ਇੱਕ ਪ੍ਰਭਾਵ ਪਾਇਆ, ਇੰਪੈਕਟ ਪਾਇਆ, ਤਾਂ ਕਰਕੇ ਆਪਾਂ ਨੇ ਉਹਨਾਂ ਦਾ ਪ੍ਰੋਡਕਟ ਵੀ ਕੰਸੀਡਰ ਕੀਤਾ। ਅੱਗੇ ਆਪਾਂ ਦੇਣੀ ਐਗਜ਼ਾਮਪਲ। ਓਕੇ, ਤਾਂ ਆਪਾਂ ਐਗਜ਼ਾਮਪਲ ਯੂਜ਼ ਕਰ ਰਹੇ ਹਾਂ ਇੱਕ ਵਧੀਆ ਬ੍ਰਾਂਡ, ਜਿਹੜਾ ਇੱਕ ਜਾਣਾ ਮਾਨਿਆ ਬ੍ਰਾਂਡ ਹੈ, ਕੋਕਾ ਕੋਲਾ ਦੀ। ਓਕੇ, ਫੋਰ ਇੰਸਟੈਂਸ Coca-Cola's Christmas advertisements evoke feelings of warmth and nostalgia, making customers associate the brand with happiness and tradition. Again, check the vocabulary. Evoke मतलब जगाना। ਓਕੇ, ਵਾਰਮਥ ਤੁਹਾਨੂੰ ਪਤਾ ਹੈ, ਨੋਸਟੈਲਜੀਆ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਕੋਈ ਪੁਰਾਣੀ ਮੈਮਰੀ, ਕੋਈ ਇਹੋ ਜਿਹੀ ਚੀਜ਼ ਜਿਹੜੀ ਆਪਾਂ ਨੂੰ ਕਿਸੇ ਪੁਰਾਣੀ ਮੈਮਰੀ ਦੀ ਯਾਦ ਦਿਲਾ ਦੇਵੇ। ਤਾਂ ਜੋ ਕੋਕਾ ਕੋਲਾ ਹੈ, ਉਹਦੇ ਜੋ ਕ੍ਰਿਸਮਸ ਵਾਲੀਆਂ ਹੁੰਦੀਆਂ ਨੇ ਐਡਵਰਟਾਈਜ਼ਮੈਂਟਸ, ਉਹ ਆਪਾਂ ਨੂੰ ਇੱਦਾਂ ਹੀ ਫੀਲ ਕਰਾਉਂਦੇ ਨੇ ਕਿ ਕੋਕਾ ਕੋਲਾ ਤੁਹਾਡੀ ਜ਼ਿੰਦਗੀ ਦਾ ਪਾਰਟ ਰਿਹਾ ਹੈ, ਰਾਈਟ? ਇਹ ਤੁਹਾਡੀ ਟ੍ਰਡੀਸ਼ਨ ਜੋ ਪੁਰਾਣਾ ਚੱਲਿਆ ਆ ਰਿਹਾ, ਉਦੋਂ ਦਾ ਤੁਹਾਡਾ ਇਹ ਪਾਰਟ ਹੀ ਰਿਹਾ ਹੈ ਆਪਣੀ ਜ਼ਿੰਦਗੀ ਦਾ। ਓਕੇ, ਸੋ ਦੈਟਸ ਹਾਊ ਉਹ ਆਪਣੀ ਇੱਕ ਇਮੋਸ਼ਨਲ ਅਪੀਲ ਕਰਦੇ ਨੇ ਆਪਾਂ ਨੂੰ ਕਿ ਤਾਂ ਕਿ ਆਪਾਂ ਅੱਗੇ ਵੀ ਉਹਨਾਂ ਦਾ ਜੋ ਪ੍ਰੋਡਕਟ ਹੈ ਉਹ ਬਾਏ ਕਰਦੇ ਰਹੀਏ। ਠੀਕ ਹੈ, ਸੋ ਦਿਸ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਐਂਡ ਦੈਟ ਇਜ਼ ਐਗਜ਼ੈਕਟਲੀ ਹਾਊ ਯੂ ਸ਼ੁੱਡ ਬੀ ਰਾਈਟਿੰਗ ਐਗਜ਼ਾਮਪਲ। ਐਗਜ਼ਾਮਪਲ 'ਚ ਤੁਸੀਂ ਉਹਦੇ ਵਿੱਚ ਵੀ ਤੁਸੀਂ ਐਕਸਪਲੇਨ ਕਰਨਾ ਹੁੰਦਾ ਕਿ ਵਾਟ ਆਈ ਐਮ ਟਰਾਈਂਗ ਟੂ ਸੇ ਹੇਅਰ। ਠੀਕ ਹੈ, ਜੋ ਮੈਂ ਉੱਤੇ ਪੁਆਇੰਟ ਲਿਖਿਆ ਉਹ ਮੇਰੀ ਐਗਜ਼ਾਮਪਲ ਤੁਹਾਡੀ ਉਹ ਖੁਦ ਹੀ ਐਕਸਪਲੇਨ ਕਰੇ ਕਿ ਯੈਸ ਵਾਈ ਦੈਟ ਇਜ਼ ਟਰੂ। ਠੀਕ ਹੈ, ਅਤੇ ਲਾਸਟ 'ਤੇ ਆਪਾਂ ਕਰਾਂਗੇ ਲਿੰਕ ਬੈਕ ਟੂ ਦ ਟੋਪਿਕ ਤਾਂ ਕਿ ਆਪਾਂ ਆਫ ਟੋਪਿਕ ਨਾ ਜਾਈਏ। ਦਸ ਐਡਵਰਟਾਈਜ਼ਿੰਗ ਇਫੈਕਟਿਵਲੀ ਸ਼ੇਪਸ ਕੰਜ਼ਿਊਮਰ ਚੋਇਸਿਸ ਐਂਡ ਰਿਮੇਨਸ ਅ ਕਰੂਸ਼ੀਅਲ ਮਾਰਕੀਟਿੰਗ ਟੂਲ। ਇਹਦੇ ਕਰਕੇ ਜੋ ਐਡਵਰਟਾਈਜ਼ਿੰਗ ਹੈ ਉਹ ਕੰਜ਼ਿਊਮਰ ਚੋਇਸਿਸ ਨੂੰ ਸ਼ੇਪ ਕਰਦੀ ਹੈ ਅਤੇ ਇਸ ਕਰਕੇ ਉਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਮਾਰਕੀਟਿੰਗ ਦਾ ਟੂਲ ਹੈ। ਮਾਰਕੀਟਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਕਿਵੇਂ ਨਾ ਕਿਵੇਂ ਆਪਣੀਆਂ ਸੇਲਸ ਵਧਾਈ, ਉਹਦੇ ਤਰੀਕੇ, ਰਾਈਟ? ਮਾਰਕੀਟਿੰਗ ਕਰਨਾ। ਹੁਣ ਆਪਾਂ ਨੇ ਕਰਨਾ ਹੈ ਦੂਜੇ ਪੁਆਇੰਟ ਆਫ ਵਿਊ ਦਾ ਬੋਡੀ ਪੈਰਾਗ੍ਰਾਫ, ਯਾਨੀ ਕਿ ਐਡਵਰਟਾਈਜ਼ਿੰਗ ਇੰਨੀ ਕੁ ਕਾਮਨ ਹੋ ਚੁੱਕੀ ਹੈ ਕਿ ਆਪਾਂ ਉਹਨੂੰ ਇਗਨੋਰ ਕਰਦੇ ਹਾਂ। ਸਭ ਤੋਂ ਪਹਿਲਾਂ ਪੁਆਇੰਟ, ਰਾਈਟ? ਪੀ। On the other hand, ਆਪਾਂ ਉਹ linking word use ਕੀਤਾ, some argue that advertisements have become so repetitive that people no longer pay attention to them. ਠੀਕ ਹੈ, ਇਹ ਕੁਐਸਚਨ ਦੇ ਵਿੱਚ ਸੀਗੀ ਲਾਈਨ, ਪਰ ਆਪਾਂ ਨੇ ਹਜੇ ਆਪਣੇ ਆਹ ਐਸੇ ਦੇ ਵਿੱਚ ਯੂਜ਼ ਨਹੀਂ ਸੀ ਕੀਤੀ। ਸੋ ਯੈਸ, ਨਾਓ ਵੀ ਕੈਨ ਯੂਜ਼ ਇਟ। ਸੋ ਐਡਵਰਟਾਈਜ਼ਮੈਂਟਸ ਇੰਨੀਆਂ ਜ਼ਿਆਦਾ ਕਾਮਨ ਦੀ ਜਗ੍ਹਾ ਆਪਾਂ ਨੇ ਵਰਡ ਯੂਜ਼ ਕਰ ਲਿਆ ਰਿਪੈਟੇਟਿਵ, ਇੰਨੀਆਂ ਜ਼ਿਆਦਾ ਰਿਪੀਟ ਹੋ ਰਹੀਆਂ ਨੇ ਕਿ ਲੋਕ ਉਹਨਾਂ 'ਤੇ ਧਿਆਨ ਨਹੀਂ ਦਿੰਦੇ, ਔਰ ਯੂ ਕੈਨ ਆਲਸੋ ਸੇ ਪੀਪਲ ਆਰ ਨਾਟ ਬੋਦਰਡ ਬਾਏ ਦੈਮ। ਹੁਣ ਇਹਨੂੰ ਐਕਸਪਲੇਨ ਕਰੋ, ਇੱਦਾਂ ਕਿਉਂ ਹੁੰਦਾ ਹੈ ਕਿ ਵਾਈ ਆਰ ਪੀਪਲ no longer paying any attention? Due to excessive exposure, individuals develop advertising blindness and often skip or ignore ads. ਐਕਸੈਸਿਵ ਐਕਸਪੋਜਰ, ਇਹਦਾ ਮਤਲਬ ਵੀ ਇਹੀ ਹੋਇਆ ਕਿ ਆਪਾਂ ਨੂੰ ਇੰਨੀਆਂ ਜ਼ਿਆਦਾ ਐਡਵਰਟਾਈਜ਼ਮੈਂਟਸ ਰੋਜ਼ ਪਰ ਰੋਜ਼ ਦਿਖਾਈਆਂ ਜਾਂਦੀਆਂ ਨੇ ਕਿ ਆਪਾਂ ਨੇ ਇੱਕ ਤਰ੍ਹਾਂ ਦੀ ਐਡਵਰਟਾਈਜ਼ਿੰਗ ਦੀ ਬਲਾਈਂਡਨੈਸ ਡਿਵੈਲਪ ਕਰ ਲਈ ਹੈ। ਐਡਵਰਟਾਈਜ਼ਿੰਗ ਬਲਾਈਂਡਨੈਸ ਇਜ਼ ਐਕਚੁਅਲੀ ਅ ਵੈਰੀ ਗੁੱਡ ਫਰੇਜ਼ ਜਿਹੜਾ ਅੱਜ ਕੱਲ੍ਹ ਕਾਮਨਲੀ ਯੂਜ਼ ਹੁੰਦਾ ਹੈ ਐਂਡ ਇਟ ਰੈਫਰਸ ਟੂ ਕਿ ਕਿਵੇਂ ਆਪਾਂ ਨੇ ਜੇ ਆਪਾਂ ਪ੍ਰੀਮੀਅਮ ਸਬਸਕ੍ਰਿਪਸ਼ਨ ਬਾਏ ਕਰ ਲੈਂਦੇ ਹਾਂ ਤਾਂ ਕਿ ਆਪਾਂ ਐਡਸ ਨੂੰ ਸਕਿਪ ਕਰ ਸਕੀਏ, ਆਪਾਂ ਯੂਟਿਊਬ 'ਤੇ ਵੀ ਸਕਿਪ ਕਰਦੇ ਰਹਿੰਦੇ ਹਾਂ, ਵੀ ਡੋਂਟ ਵਾਂਟ ਟੂ ਵਾਚ ਦੈਮ। ਠੀਕ ਹੈ, ਤਾਂ ਇਹ ਜੋ ਫਿਨੋਮੀਨਨ ਹੈ ਇਹਨੂੰ ਐਡਵਰਟਾਈਜ਼ਿੰਗ ਬਲਾਈਂਡਨੈਸ ਕਿਹਾ ਜਾਂਦਾ ਹੈ। ਤੁਹਾਨੂੰ
ਵਰਡ ਨਹੀਂ ਵੀ ਆਉਂਦਾ, ਨੋ ਪ੍ਰੋਬਲਮ, ਤੁਸੀਂ ਸਿੰਪਲੀ ਲਾਈਨ ਡਿਵੈਲਪ ਕਰ ਸਕਦੇ ਹੋ ਕਿ ਡਿਊ ਟੂ ਐਕਸੈਸਿਵ ਐਕਸਪੋਜਰ ਆਫ ਐਡਵਰਟਾਈਜ਼ਮੈਂਟਸ ਇੰਡੀਵਿਜੂਅਲਸ ਆਫਨ ਸਕਿਪ ਔਰ ਇਗਨੋਰ ਐਡਸ or they start buying premium subscription to avoid such ads. Okay, ਹੁਣ ਇਫੈਕਟ ਕੀ ਹੈ? This reduces the effectiveness of traditional advertising. ਇਹਦੇ ਨਾਲ ਕੀ ਹੁੰਦਾ ਹੈ ਕਿ ਜੋ ਸ਼ੁਰੂ ਤੋਂ ਆਪਣਾ ਇੱਕ ਮਾਰਕੀਟਿੰਗ ਦਾ ਢੰਗ ਹੈ ਕਿ ਮਸ਼ਹੂਰੀ ਕਰ ਦਿਓ, ਉਹਦੀ ਜੋ ਇਫੈਕਟਿਵਨੈਸ ਹੈ ਉਹ ਘੱਟ ਹੋ ਰਹੀ ਹੈ ਕਿਉਂਕਿ ਕੰਜ਼ਿਊਮਰਸ ਰਿਲਾਈ ਮੋਰ ਔਨ ਪੀਅਰ ਰਿਵਿਊਜ਼ ਐਂਡ ਪਰਸਨਲ ਰਿਸਰਚ ਬਿਫੋਰ ਮੇਕਿੰਗ ਪਰਚੇਜ਼ਿੰਗ ਡਿਸੀਜਨਸ। ਇਹਦੇ ਕਰਕੇ ਜੋ ਕੰਜ਼ਿਊਮਰਸ ਨੇ ਆਪਣੇ ਪੀਅਰਸ ਦੇ, ਯਾਨੀ ਕਿ ਆਪਣੇ ਦੇ ਨਾਲ ਦੇ ਫਰੈਂਡਸ ਨੇ, ਉਹਨਾਂ ਦੇ ਹਮ ਉਮਰ ਲੋਕ ਨੇ, ਰਾਈਟ, ਉਹਨਾਂ ਦੇ ਰਿਵਿਊਜ਼ 'ਤੇ ਉਹਨੂੰ ਜ਼ਿਆਦਾ ਡਿਪੈਂਡ ਕਰਦੇ ਨੇ, ਉਹ ਪਰਸਨਲ ਰਿਸਰਚ ਕਰਦੇ ਨੇ ਬਿਫੋਰ ਮੇਕਿੰਗ ਐਨੀ ਡਿਸੀਜਨ ਕਿ ਮੈਂ ਇਹ ਪ੍ਰੋਡਕਟ ਬਾਏ ਕਰਨਾ ਹੈ ਜਾਂ ਨਹੀਂ, ਰਾਈਟ, ਕਿ ਉਹ ਐਡਸ ਦੇ ਉੱਤੇ ਉਹ ਨਹੀਂ ਜਾਂਦੇ। ਦੇ ਵਿਲ ਬੀ ਲਾਈਕ ਕਿ ਨਹੀਂ, ਜੋ ਮੇਰੇ ਨਾਲ ਦਾ ਕਹਿ ਰਿਹਾ ਉਹਨੇ ਯੂਜ਼ ਕੀਤਾ ਹੈ, ਮੈਂ ਉਹਦੇ 'ਤੇ ਜ਼ਿਆਦਾ ਯਕੀਨ ਕਰੂੰਗਾ। ਮੈਂ ਇੱਕ ਮਸ਼ਹੂਰੀ ਜੋ ਮੈਨੂੰ ਬਾਰ-ਬਾਰ ਆ ਰਹੀ ਹੈ, ਆਈ ਵਿਲ ਨੋਟ ਬਿਲੀਵ ਦੈਟ। ਐਗਜ਼ਾਮਪਲ ਦੇਣੀ ਹੈ। For example, many people use ad blockers or scroll past online ads, preferring recommendations from family and friends instead. ਆ ਗੱਲ ਆ ਗਈ ਉਰੇ ਕਿ ਜਿਹੜੇ ਲੋਕ ਨੇ ਐਡ ਬਲੋਕਰਸ ਦਾ ਯੂਜ਼ ਕਰਦੇ ਨੇ ਜਾਂ ਫਿਰ ਸਕਰੋਲ ਹੀ ਕਰ ਦਿੰਦੇ ਨੇ, ਐਡਸ ਨੂੰ ਇਗਨੋਰ ਕਰ ਦਿੰਦੇ ਨੇ, ਜਿਵੇਂ ਆਪਾਂ ਨੂੰ ਇੰਸਟਾਗ੍ਰਾਮ ਰੀਲਸ 'ਤੇ ਵੀ ਐਡ ਆਉਂਦੇ ਵੀ ਜਸਟ ਸਕਰੋਲ ਪਾਸ ਦੈਟ, ਪ੍ਰੈਫਰਿੰਗ recommendations from family and friends instead. ਤੁਸੀਂ ਉਰੇ YouTube ਵੀ ਮੈਂਸ਼ਨ ਕਰ ਸਕਦੇ ਹੋ ਕਿ ਫੋਰ ਐਗਜ਼ਾਮਪਲ ਔਨ YouTube people are paying YouTube premium subscription in order to avoid ads because of the excessive exposure to them. Okay, ਹੁਣ ਆਪਾਂ ਨੇ ਲਿੰਕ ਬੈਕ ਕਰਨਾ ਹੈ ਆਪਣੇ ਟੌਪਿਕ ਨੂੰ। This suggests that while advertising is widespread, its influence may not always be as strong as companies intend. ਇਹਦਾ ਮਤਲਬ ਇਹੀ ਹੋਇਆ, ਆਪਾਂ ਜੋ ਲਿੰਕ ਕਰ ਰਹੇ ਹਾਂ ਬੈਕ, ਕਿ ਇਹਦੇ ਨਾਲ ਸਜੈਸ਼ਨ ਮਿਲਦੀ ਆ ਆਪਾਂ ਨੂੰ ਕਿ ਐਡਵਰਟਾਈਜ਼ਿੰਗ ਵੈਸੇ ਤਾਂ ਵਾਈਡ ਸਪਰੈਡ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਪਰ ਉਹਦਾ ਇਨਫਲੂਐਂਸ ਓਨਾ ਸਟਰੋਂਗ ਨਹੀਂ ਹੈ ਜਿੰਨਾ ਕੰਪਨੀਜ਼ ਇੰਟੈਂਡ ਕਰ ਰਹੀਆਂ ਨੇ, ਜਿਨ੍ਹਾਂ ਦੀ ਇੰਟੈਂਸ਼ਨ ਹੈ ਕਿ ਇੰਨਾ ਅਸਰ ਹੋਵੇ। ਓਕੇ, ਹੁਣ ਆਪਾਂ ਨੇ ਵਧਣਾ ਹੈ ਟੂਵਰਡਸ ਆਵਰ ਲਾਸਟ BP ਵਿਚ ਇਜ਼ ਆਵਰ ਓਪੀਨੀਅਨ, ਕਿ ਆਪਾਂ ਕੀ ਸੋਚਦੇ ਹਾਂ ਇਸ ਚੀਜ਼ ਬਾਰੇ। ਉਹਦੇ ਵਿੱਚ ਵੀ ਆਪਾਂ ਸੇਮ ਸਟ੍ਰੈਟਜੀ ਪੀਲ ਹੀ ਯੂਜ਼ ਕਰਾਂਗੇ ਐਂਡ ਸੀ ਹਾਊ ਈਜ਼ੀ ਇਟ ਇਜ਼ ਟੂ ਫਾਰਮ ਸੈਂਟੈਂਸਸ। ਪਹਿਲਾ ਪੁਆਇੰਟ, ਡਿਸਪਾਈਟ ਦੀ ਆਰਗੂਮੈਂਟਸ ਅਗੇਂਸਟ ਇਟ, ਕਿਉਂਕਿ ਆਪਣਾ ਝੁਕਾਵ ਉਸ ਚੀਜ਼ ਕਰਨੀ ਹੈ ਕਿ ਨਹੀਂ, ਐਡਵਰਟਾਈਜ਼ਮੈਂਟਸ ਲੋਕ ਅੱਜ ਵੀ ਦੇਖਦੇ ਨੇ ਅਤੇ ਉਹਦੇ ਬੇਸਿਸ 'ਤੇ ਪਰਚੇਜ਼ ਕਰਦੇ ਨੇ, ਤਾਂ ਕਰਕੇ ਆਪਾਂ ਨੇ ਇਹ ਲਾਈਨ ਪਹਿਲਾਂ ਐਡ ਕੀਤੀ ਕਿ ਡਿਸਪਾਈਟ ਦੀ ਆਰਗੂਮੈਂਟਸ ਅਗੇਂਸਟ ਇਟ, ਆਈ ਬਿਲੀਵ that advertisements still have a significant impact on consumer behavior. ਆਪਾਂ और कुछ एक्सप्लेन नहीं कर रहे, आप जस्ट स्टेट कर रहे हैं अपना पॉइंट कि आर्ग्यूमेंट्स ਉਹਦੇ ਅਗੇਂਸਟ ਹੋਣ ਦੇ ਬਾਵਜੂਦ ਅੱਜ ਵੀ ਐਡਵਰਟਾਈਜ਼ਮੈਂਟਸ ਕੰਜ਼ਿਊਮਰ ਦੇ ਬਿਹੇਵੀਅਰ ਉੱਤੇ ਕਾਫੀ ਵੱਡਾ ਇੰਪੈਕਟ ਪਾਉਂਦੀਆਂ ਨੇ। ਲੈਟਸ ਐਕਸਪਲੇਨ ਇਟ। Even when people consciously ignore ads, repeated exposure reinforces brand recognition subconsciously. ਹਾਲਾਂਕਿ ਲੋਕ ਇਗਨੋਰ ਕਰਦੇ ਨੇ ਐਡਸ ਨੂੰ, ਸਕਿਪ ਕਰਦੇ ਰਹਿੰਦੇ ਨੇ, ਲੇਕਿਨ ਉਹਨਾਂ ਦੇ ਬਾਰ-ਬਾਰ ਆਉਣ ਦੇ ਨਾਲ ਸਟਿਲ ਆਪਣੇ ਦਿਮਾਗ ਨੂੰ ਪਤਾ ਹੁੰਦਾ ਕਿ ਓਕੇ ਇਹ ਵੀ ਕੋਈ ਬ੍ਰਾਂਡ ਹੈ। ਫੋਰ ਐਗਜ਼ਾਮਪਲ ਆਪਣੇ YouTube ਉੱਤੇ ਰੈਮਿਟਲੀ ਦੀ ਜਾਂ ਸਕਿਪ ਦੀ ਜਾਂ ਊਬਰ ਈਟਸ ਦੀਆਂ ਐਡਸ ਆਉਂਦੀਆਂ ਹੀ ਰਹਿੰਦੀਆਂ ਨੇ। ਸੋ ਵੀ ਆਰ ਲਾਈਕ ਕਿ ਆਪਾਂ ਨੂੰ ਪਤਾ ਹੁੰਦਾ ਕਿ ਓਕੇ ਕਿ ਇਹ ਪ੍ਰਮੋਸ਼ਨ ਚੱਲ ਰਿਹਾ ਇਹਨਾਂ 'ਤੇ, ਜਾਂ ਫਿਰ ਆਪਾਂ ਇਹ ਯੂਜ਼ ਕਰ ਸਕਦੇ ਹਾਂ, ਹਾਲਾਂਕਿ ਆਪਾਂ ਉਹਨਾਂ ਨੂੰ ਕਿੰਨੀ ਵਾਰ ਸਕਿਪ ਕਰ ਚੁੱਕੇ ਹਾਂ। ਸਟਿਲ ਸਮਵੇਅਰ ਇਨ ਆਵਰ ਮਾਈਂਡਸ we still have ਕਿ ਨਹੀਂ ਇਹ ਵੀ ਕੋਈ ਬ੍ਰਾਂਡ ਹੈ and maybe I can use it later. Effect ਕੀ ਹੈ? This means that advertisements continue to influence purchasing decisions over time. ਹੁਣ ਜਦੋਂ ਤੁਸੀਂ ਸਕਿਪ ਦੇ ਊਬਰ ਈਟਸ ਦੇ ਪ੍ਰਮੋਸ਼ਨ ਰੋਜ਼ ਤੁਸੀਂ YouTube 'ਤੇ ਦੇਖ ਰਹੇ ਹੋ ਅਤੇ ਕਿਸੇ ਦਿਨ ਤੁਹਾਡਾ ਮਨ ਹੈ ਕਿ ਮੈਂ ਘਰੇ ਬੈਠ ਕੇ ਕੁਝ ਖਾਣਾ ਹੈ, ਤੁਹਾਨੂੰ ਯਾਦ ਹੈ ਕਿ ਹਾਂ ਕਿ ਉਦੋਂ ਊਬਰ ਈਟਸ 'ਤੇ ਕੋਈ ਇੱਦਾਂ ਐਡ ਚੱਲ ਰਹੀ ਸੀ ਕਿਉਂਕਿ ਉਹਨਾਂ ਨੇ ਐਡ ਕੀਤੀ। ਠੀਕ ਹੈ, ਅਗਰ ਕੋਈ ਕੰਪਨੀ ਨਵੀਂ ਖੜੀ ਹੋਈ ਹੈ ਡਿਲੀਵਰੀ ਵਾਲੀ ਅਤੇ ਉਹਨਾਂ ਨੇ ਆਪਣੀ ਐਡ ਹੀ ਨਹੀਂ ਕਰ ਰਹੀ, ਤੁਹਾਨੂੰ ਉਹਦੀ ਬ੍ਰਾਂਡ ਦੀ ਰੈਕਗਨੀਸ਼ਨ ਹੀ ਨਹੀਂ ਹੋਏਗੀ। ਐਜ਼ ਸੱਚ ਉਹਦਾ ਮਤਲਬ ਹੋਇਆ ਕਿ ਮਸ਼ਹੂਰੀ ਨੇ ਤੁਹਾਡੇ ਪਰਚੇਜ਼ਿੰਗ ਡਿਸੀਜਨ ਨੂੰ ਇਨਫਲੂਐਂਸ ਕੀਤਾ। ਐਗਜ਼ਾਮਪਲ ਦੇ ਸਕਦੇ ਹੋ ਤੁਸੀਂ ਉਰੇ। ਫੋਰ ਇੰਸਟੈਂਸ, ਸੋਸ਼ਲ ਮੀਡੀਆ ਇਨਫਲੂਐਂਸਰਸ promote products subtly, making their recommendations feel more authentic and engaging than traditional
ਐਡਸ। ਅੱਜ ਕੱਲ੍ਹ ਹੁਣ ਉਹਨਾਂ ਨੂੰ ਪਤਾ ਚੱਲ ਗਿਆ ਕਿ ਲੋਕ ਇੰਨਾ TV ਨਹੀਂ ਦੇਖ ਰਹੇ ਹੈਗੇ, ਸੋ ਵਾਟ ਡੂ ਦੇ ਡੂ, ਇੰਸਟਾਗ੍ਰਾਮ 'ਤੇ ਉਹ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ PR ਪੈਕੇਜ ਭੇਜ ਦਿੰਦੇ ਨੇ, ਰਾਈਟ। ਅਤੇ ਫਿਰ ਉਹ ਯੂਜ਼ ਕਰਕੇ ਆਪਾਂ ਦੱਸਦੇ ਨੇ ਕਿ ਆਹ ਬ੍ਰਾਂਡ ਹੈ, ਮੇਰੀ ਸਕਿਨ ਕਿੰਨੀ ਸਮੂਥ ਕਰਦੀ ਇਸ ਚੀਜ਼ ਨੇ, ਰਾਈਟ, ਸਮਥਿੰਗ ਲਾਈਕ ਦੈਟ। ਅਤੇ ਕਿਉਂਕਿ ਆਪਾਂ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਤੋਂ ਓਬਵੀਅਸਲੀ ਜੋ ਆਡੀਅנס ਹੈ ਉਹ ਇਨਫਲੂਐਂਸ ਹੁੰਦੀ ਹੈ, ਉਹ ਸੋਚਦੇ ਨੇ ਕਿ ਯਾਰ ਇਹ ਬੰਦੇ ਨੇ ਪ੍ਰੋਡਕਟ ਰੈਕਮੈਂਡ ਕੀਤਾ ਸੀ, ਉਹਦੀ ਸਕਿਨ ਵੀ ਵਧੀਆ ਲੱਗਦੀ ਹੈ ਦੇਖਣ ਨੂੰ, ਆਮ ਗੋਨਾ ਯੂਜ਼ ਦੈਟ। Okay, so that's why we gave this example कि social media influencers promote products subtly ਦਾ ਮਤਲਬ ਹੁੰਦਾ ਇਸ ਹਿਸਾਬ ਨਾਲ ਕਿ ਆਪਾਂ ਨੂੰ ਪਤਾ ਵੀ ਨਾ ਲੱਗੇ ਕਿ ਉਹ ਐਕਚੁਅਲੀ ਇੱਕ ਪੇਡ ਪ੍ਰਮੋਸ਼ਨ ਕਰ ਰਹੇ ਨੇ, ਠੀਕ ਹੈ। ਮੇਕਿੰਗ ਦੇਅਰ ਰੈਕਮੈਂਡੇਸ਼ਨਸ ਫੀਲ ਮੋਰ ਅਥੈਂਟਿਕ, ਆਪਾਂ ਨੂੰ ਲੱਗਦਾ ਕਿ ਨਹੀਂ ਇਹ ਤਾਂ ਸੱਚ ਬੋਲ ਰਹੇ ਨੇ। ਅਤੇ ਜਿਹੜੀਆਂ ਟ੍ਰੈਡੀਸ਼ਨਲ ਐਡਸ ਮੈਥਡ ਨੇ ਉਸ ਤੋਂ ਇਹ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਵਾਲਾ ਮੈਥਡ ਹੈ ਇਹ ਵੱਧ ਇੰਗੇਜਿੰਗ ਹੈ। ਹੁਣ ਆਪਾਂ ਕਰਾਂਗੇ ਲਿੰਕ ਬੈਕ। Therefore, advertising remains an essential tool for businesses to attract and retain customers। ਆਪਾਂ ਨੇ ਲਿੰਕ ਬੈਕ ਕਰਤਾ ਕਿ ਨਹੀਂ, ਹਾਂ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਹੋ ਰਹੀ ਹੈ, ਲੇਕਿਨ ਐਡਵਰਟਾਈਜ਼ਿੰਗ ਅੱਜ ਵੀ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਬਿਜ਼ਨਸਿਸ ਦਾ ਜਦੋਂ ਉਹ ਅਟਰੈਕਟ ਜਾਂ ਰੀਟੇਨ ਕਰਨਾ ਚਾਹੁੰਦੇ ਨੇ ਕਸਟਮਰਸ ਨੂੰ। ਸੋ ਦੈਟ ਵਾਜ਼ ਅ ਐਂਡ ਆਫ ਦ ਬੋਡੀ ਪੈਰਾਗ੍ਰਾਫਸ। ਨਾਓ ਵੀ ਵਿਲ ਗੋ ਟੂਵਰਡਸ ਦ ਕਨਕਲੂਜਨ। ਕਨਕਲੂਜਨ ਤੁਸੀਂ ਸਿਰਫ 2 ਸੈਂਟੈਂਸਸ ਦੀ ਫਾਰਮੇਸ਼ਨ ਕਰਨੀ ਹੁੰਦੀ ਹੈ। ਪਹਿਲਾ ਅਗੇਨ ਤੁਸੀਂ ਕਹੋਗੇ ਇਨ ਕਨਕਲੂਜਨ, ਉਹਦੇ ਵਿੱਚ ਤੁਸੀਂ ਸਾਰਾ ਪੈਰਾਫਰੇਜ਼ ਕਰ ਦਿਓ ਕਿ ਕੁਐਸਚਨ ਕਿ ਕੁਛ ਲੋਕ ਇਹ ਬਿਲੀਵ ਕਰਦੇ ਨੇ, ਕੁਛ ਲੋਕ ਇਹ ਬਿਲੀਵ ਕਰਦੇ ਨੇ, ਪਰ ਤੁਸੀਂ ਆਪਣਾ ਫਿਰ ਉਸ ਤੋਂ ਬਾਅਦ ਨੈਕਸਟ ਲਾਈਨ ਲਿਖੋਗੇ योर ओपिनियन और result। Let's have a look at a sample। In conclusion, while some believe advertising is ignored due to its overuse, others argue that it remains a powerful influence on consumer behavior। ਪੈਰਾਫਰੇਜ਼ ਇਹ ਤਾਂ ਕੁਐਸਚਨ ਦਾ, ਐਡਵਰਟਾਈਜ਼ਿੰਗ ਇਗਨੋਰ ਹੁੰਦੀ ਆ ਓਵਰਯੂਜ਼ ਦੇ ਕਾਰਨ, ਪਰ ਕੁਛ ਕਹਿੰਦੇ ਨੇ ਕਿ ਇਹਦਾ ਅੱਜ ਵੀ ਇੱਕ ਪਾਵਰਫੁਲ ਇਨਫਲੂਐਂਸ ਹੈ ਕੰਜ਼ਿਊਮਰ ਬਿਹੇਵੀਅਰ 'ਤੇ। ਅਤੇ ਆਪਣਾ ਓਪੀਨੀਅਨ ਕੀ ਹੈ, ਡਿਸਪਾਈਟ ਦ ਕਾਮਨੈਲਿਟੀ ਆਫ ਐਡਵਰਟਾਈਜ਼ਮੈਂਟਸ they continue to shape buying habits, making them a crucial component of marketing strategies। ठीक है, same word ਆਪਾਂ use ਕਰ ਰਹੇ ਹਾਂ commonality, which has the same meaning as being common। if something is being common it has a commonality। ਠੀਕ ਹੈ, ਤਾਂ ਐਡਵਰਟਾਈਜ਼ਮੈਂਟਸ ਦੀ ਇੰਨੀ ਕਾਮਨੈਲਿਟੀ ਹੋਣ ਦੇ ਬਾਵਜੂਦ ਅੱਜ ਵੀ ਆਪਣੀਆਂ ਬਾਇੰਗ ਹੈਬਿਟਸ ਨੂੰ ਸ਼ੇਪ ਕਰਦੀਆਂ ਨੇ, ਇਸ ਕਰਕੇ ਉਹ ਮਾਰਕੀਟਿੰਗ ਸਟ੍ਰੈਟੇਜੀਜ਼ ਦਾ ਇੱਕ ਇੰਪੋਰਟੈਂਟ ਹਿੱਸਾ ਨੇ। ਸੋ ਦੈਟ ਵਿਲ ਬੀ ਦੀ ਐਂਡ ਆਫ ਯੋਰ ਐਸੇ। ਓਕੇ, ਸੋ ਆਪਾਂ ਨੇ ਕੀ ਯੂਜ਼ ਕੀਤਾ ਬੇਸਿਕਲੀ, ਇੰਟਰੋਡਕਸ਼ਨ ਦੇ ਵਿੱਚ ਆਪਾਂ ਕੀ ਲਿਖ ਰਹੇ ਹਾਂ, ਇੱਕ ਓਪਨਿੰਗ ਜਨਰਲ ਲਾਈਨ, ਉਸ ਤੋਂ ਬਾਅਦ ਸੈਕਿੰਡ ਲਾਈਨ ਹੁੰਦੀ ਹੈ ਪੈਰਾਫਰੇਜ਼ ਆਫ ਦ ਕੁਐਸਚਨ, ਅਤੇ ਥਰਡ ਲਾਈਨ ਹੁੰਦੀ ਹੈ ਕਿ ਐਸੇ ਵਿੱਚ ਮੈਂ ਕੀ ਲਿਖਣ ਜਾ ਰਿਹਾ। ਬੋਡੀ ਪੈਰਾਗ੍ਰਾਫਸ ਲਈ ਤੁਸੀਂ ਯੂਜ਼ ਕਰਨੀ ਹੈ ਪੀਲ ਸਟ੍ਰੈਟੇਜੀ, ਵਿਚ ਇਜ਼ ਪੁਆਇੰਟ, ਸਟੇਟ ਦ ਮੇਨ ਆਈਡੀਆ, ਐਕਸਪਲੇਨ, ਪ੍ਰੋਵਾਈਡ ਫਰਦਰ ਡਿਟੇਲ, ਰੀਜ਼ਨਿੰਗ ਯਾਨੀ ਕਿ ਕਿਉਂ ਆਫ ਦ ਪੁਆਇੰਟ। ਥਰਡ ਹੈ ਇਫੈਕਟ, ਐਕਸਪਲੇਨ ਦਾ ਇੰਪੈਕਟ, ਉਹਦਾ ਅਸਰ ਕੀ ਹੁੰਦਾ ਹੈ। ਫੋਰਥ ਹੈ ਐਗਜ਼ਾਮਪਲ, ਤੁਸੀਂ ਇਹਦੀ ਕੋਈ ਰੈਲੀਵੈਂਟ ਐਗਜ਼ਾਮਪਲ ਦਿਓ, ਇਨਸ਼ੋਰ ਐਗਜ਼ਾਮਪਲ ਰੈਲੀਵੈਂਟ ਹੋਵੇ। ਡੋਂਟ ਗਿਵ ਦੈਟ ਅ ਰੀਸੈਂਟ ਸਟੱਡੀ ਹੈਜ਼ ਡਨ ਦਿਸ ਡੋਂਟ ਡੂ ਦੈਟ, ਉਹ ਬਿਲਕੁਲ ਵੀ ਸਪੈਸੀਫਿਕ ਨਹੀਂ ਲੱਗਦੀ, ਐਜ਼ ਸੱਚ ਐਗਜ਼ਾਮਨਰ ਉਹਨੂੰ ਇਗਨੋਰ ਕਰ ਦੇਗਾ। ਲਾਸਟ ਹੈ ਲਿੰਕ ਬੈਕ, ਤੁਸੀਂ ਜੋ ਉਰੇ ਪੂਰੇ ਐਕਸਪਲੇਨ ਕੀਤਾ ਇੱਕ ਵਾਰ ਉਹਨੂੰ ਲਿੰਕ ਬੈਕ ਕਰ ਦਿਓ ਟੋਪਿਕ ਨਾਲ, ਤਾਂ ਕਿ ਐਗਜ਼ਾਮਨਰ ਨੂੰ ਇਹ ਨਾ ਲੱਗੇ ਵੀ ਤੁਸੀਂ ਆਫ ਟੋਪਿਕ ਨਿਕਲ ਗਏ। ਠੀਕ ਹੈ, ਲਾਸਟ ਜੋ ਤੁਹਾਡਾ ਪੈਰਾਗ੍ਰਾਫ ਹੁੰਦਾ ਹੈ ਉਹ ਹੁੰਦਾ ਹੈ ਕਨਕਲੂਜਨ। ਕਨਕਲੂਜਨ ਵਾਸਤੇ ਤੁਸੀਂ ਸਿਰਫ 2 ਲਾਈਨਾਂ ਲਿਖਣੀਆਂ ਹੁੰਦੀਆਂ ਨੇ। ਪਹਿਲੀ ਹੁੰਦੀ ਹੈ ਪੈਰਾਫਰੇਜ਼ ਆਫ ਦ ਕੁਐਸਚਨ, ਲਾਈਨਾਂ ਤੋਂ ਮੇਰਾ ਮਤਲਬ ਹੈ ਸੈਂਟੈਂਸਿਸ। ਓਕੇ, ਅ ਸੈਂਟੈਂਸ ਕੈਨ ਕਵਰ 2 ਲਾਈਨਸ। ਪੈਰਾਫਰੇਜ਼ ਆਫ ਦ ਕੁਐਸਚਨ, ਅਤੇ ਦੂਜੀ ਹੋਏਗੀ ਤੁਹਾਡਾ ਓਪੀਨੀਅਨ ਜਾਂ ਫਿਰ ਰਿਜ਼ਲਟ ਜੋ ਨਿਕਲ ਕੇ ਆਇਆ। ਓਕੇ, now why the essay that we wrote here is an 8+ band essay। so ਪਹਿਲਾਂ ਆਪਾਂ ਦਾ task response check ਕਰਦੇ ਹਾਂ। the essay fully answers the question, covering both perspectives and providing a clear opinion। ਆਪਾਂ ਨੇ ਕੁਐਸਚਨ ਨੂੰ ਫੁੱਲੀ ਆਨਸਰ ਕੀਤਾ, ਉਹਨਾਂ ਨੇ both views ਡਿਸਕਸ ਕਰਨ ਨੂੰ ਕਿਹਾ ਸੀਗਾ, ਅਤੇ ਨਾਲ ਆਪਣਾ ਓਪੀਨੀਅਨ ਨੂੰ ਦੇਣ ਨੂੰ ਕਿਹਾ ਸੀ। ਆਪਾਂ ਦੋਨੋਂ ਚੀਜ਼ਾਂ ਕੀਤੀਆਂ ਨੇ। ਈਚ ਆਰਗੂਮੈਂਟ ਇਜ਼ ਵੈਲ ਡਿਵੈਲਪਡ ਵਿਦ ਐਗਜ਼ਾਮਪਲਸ। ਜਦੋਂ ਵੀ ਆਪਾਂ ਨੇ ਕੋਈ ਆਰਗੂਮੈਂਟ ਦਿੱਤੀ, ਆਪਾਂ ਨੇ ਉਹਦਾ ਐਕਸਪਲੇਨ ਵੀ ਕੀਤਾ, ਉਹਦਾ ਇਫੈਕਟ ਵੀ ਦੱਸਿਆ, ਉਹਨੂੰ ਉਹਦਾ ਐਗਜ਼ਾਮਪਲ ਵੀ ਦੱਸਿਆ, ਪਲੱਸ ਉਹਨੂੰ ਲਿੰਕ ਬੈਕ ਵੀ ਕੀਤਾ। ਜੇ ਤੁਸੀਂ ਆਲਰੇਡੀ ਸੈਂਟੈਂਸ ਫਾਰਮ ਹੀ ਇਹਨਾਂ 4 ਚੀਜ਼ਾਂ ਨੂੰ ਸੋਚ ਕੇ ਕੀਤੇ ਨੇ, ਤੁਸੀਂ ਗਲਤ ਜਾ ਹੀ ਨਹੀਂ ਸਕਦੇ। ਠੀਕ ਹੈ, ਉਸ ਤੋਂ ਬਾਅਦ ਹੈ ਕੋਹੇਰੈਂਸ ਐਂਡ ਕੋਹੀਜ਼ਨ। ਆਈਡੀਆਜ਼ ਫਲੋ ਲੌਜੀਕਲੀ ਫਰੋਮ ਵਨ ਪੈਰਾਗ੍ਰਾਫ ਟੂ ਦ ਨੈਕਸਟ। ਠੀਕ ਹੈ, ਕਈ ਵਾਰ ਆਪਾਂ ਨੂੰ ਇਹ ਦਿੱਕਤ ਆਉਂਦੀ ਹੈ ਕਿ ਆਪਾਂ ਸੋਚਦੇ ਹਾਂ ਯਾਰ ਇਹ ਲਾਈਨ ਪਹਿਲਾਂ ਆਉਣੀ ਹੈ ਕਿ ਇਹ ਲਾਈਨ ਪਹਿਲਾਂ ਆਉਣੀ ਹੈ। ਜਦੋਂ ਤੁਸੀਂ ਪੀਲ ਸਟ੍ਰੈਟੇਜੀ ਨੂੰ ਦਿਮਾਗ 'ਚ ਲੈ ਕੇ ਚੱਲੋਗੇ ਤਾਂ ਤੁਸੀਂ ਬਿਲਕੁਲ ਸਹੀ ਫਲੋ ਹੀ ਜਾਓਗੇ ਕਿ ਹਾਂ
ਪਹਿਲਾਂ ਤੁਸੀਂ ਪੁਆਇੰਟ ਨੂੰ ਦੱਸੋਗੇ, ਫਿਰ ਤੁਸੀਂ ਪੁਆਇੰਟ ਨੂੰ ਐਕਸਪਲੇਨ ਕਰੋਗੇ, ਫਿਰ ਹੀ ਪੁਆਇੰਟ ਦਾ ਇਫੈਕਟ ਆਏਗਾ, ਫਿਰ ਹੀ ਪੁਆਇੰਟ ਦੀ ਐਗਜ਼ਾਮਪਲ ਆਏਗੀ ਅਤੇ ਫਿਰ ਹੀ ਤੁਸੀਂ ਉਹਨੂੰ ਲਿੰਕ ਕਰੋਗੇ। ਤਾਂ ਤੁਹਾਡਾ ਜੋ ਫਲੋ ਆਫ ਆਈਡੀਆਜ਼ ਹੈ ਇਟ ਵਿਲ ਬੀ ਲੌਜੀਕਲ, ਇਟ ਵਿਲ ਬੀ ਕੋਹੈਰੈਂਟ। ਤਾਂ ਉਸ ਤੋਂ ਬਾਅਦ ਆਪਣੇ ਲਿੰਕਿੰਗ ਵਰਡਸ ਵੀ ਯੂਜ਼ ਕੀਤੇ ਨੇ। ਕੋਹੈਰੈਂਸ ਤਾਂ ਹੁੰਦੀ ਹੈ ਕਿ ਤੁਸੀਂ ਲਾਈਨ ਤੋਂ ਲਾਈਨ ਜਾ ਰਹੇ ਹੋ, ਕੋਹੀਜ਼ਨ ਹੁੰਦੀ ਹੈ ਕਿ ਐਜ਼ ਅ ਹੋਲ। ਫॉर एग्जाम्पल पैराग्राफ ਤੁਸੀਂ ਪਹਿਲਾਂ ਇੰਟਰੋਡਿਊਸ ਕੀਤਾ, ਫਿਰ ਤੁਸੀਂ ਸੈਕਿੰਡ ਬੋਡੀ ਪੈਰਾਗ੍ਰਾਫ 'ਤੇ ਆਏ। ਹੁਣ ਥਰਡ ਜੋ ਤੁਹਾਡਾ ਸੈਕਿੰਡ ਜੋ ਬੋਡੀ ਪੈਰਾਗ੍ਰਾਫ ਸੀਗਾ ਉਹਨੂੰ ਫਸਟ ਨਾਲ ਕਨੈਕਟ ਕਰਨ ਲਈ ਤੁਸੀਂ ਔਨ ਦੀ ਅਦਰ ਹੈਂਡ ਯੂਜ਼ ਕੀਤਾ। ਫਿਰ ਥਰਡ ਬੋਡੀ ਪੈਰਾਗ੍ਰਾਫ ਨੂੰ ਸੈਕਿੰਡ ਨਾਲ ਕਨੈਕਟ ਕੀਤਾ ਡਿਸਪਾਈਟ ਵਰਡ ਯੂਜ਼ ਕਰਕੇ ਕਿ ਹਾਲਾਂਕਿ ਮੈਂ ਉੱਤੇ ਐਕਸਪਲੇਨ ਕਰ ਰਿਹਾ ਲੇਕਿਨ ਐਂਡ 'ਤੇ ਤੁਸੀਂ ਇਨ ਕਨਕਲੂਜਨ ਯੂਜ਼ ਕਰ ਰਹੇ ਹੋ। ਥਰੂ ਆਊਟ ਦਾ ਸੈਂਟੈਂਸ ਤੁਸੀਂ ਥਰੂ ਆਊਟ ਦਾ ਐਸੇ ਤੁਸੀਂ ਫੋਰ ਇੰਸਟੈਂਸ ਦਸ ਦੇਅਰਫੋਰ ਇੱਦਾਂ ਦੇ ਵਰਡ ਯੂਜ਼ ਕੀਤੇ। ਸੋ ਯੋਰ ਪੈਰਾਗ੍ਰਾਫ ਇਜ਼ ਕੁਆਇਟ ਕੋਹੈਰੈਂਟ ਐਂਡ ਕੋਹੀਸਿਵ। ਅਤੇ ਥਰਡ ਹੈ ਲੈਕਸੀਕਲ ਰੀਸੋਰਸ, ਉਹਦਾ ਮਤਲਬ ਹੁੰਦਾ ਵੋਕੈਬਲਰੀ। ਤੁਹਾਨੂੰ ਪਤਾ ਹੈ ਵੀ ਹੈਵ ਯੂਜ਼ ਟੋਪ ਨੌਚ ਵੋਕੈਬਲਰੀ ਹੇਅਰ। ਈਵਨ ਕਿ ਆਪਾਂ ਤੋਂ ਜੋ ਨਵੇਂ ਵਰਡਸ ਚੱਲਦੇ ਨੇ ਲਾਈਕ ਐਡਵਰਟਾਈਜ਼ਿੰਗ ਬਲਾਈਂਡਨੈਸ, ਬ੍ਰਾਂਡ ਰਿਕਗਨੀਸ਼ਨ, ਪਰਸੂਏਸਿਵ ਸਲੋਗਨਸ, ਇਮੋਸ਼ਨਲ ਅਪੀਲ, ਆਪਾਂ ਨੇ ਕਿੰਨੀ ਵਧੀਆ ਵੋਕੈਬਲਰੀ ਯੂਜ਼ ਕੀਤੀ ਹੈ। ਅਤੇ ਆਪਾਂ ਨੇ ਨੋ ਔਰ ਮਿਨੀਮਲ ਰੈਪੀਟੀਸ਼ਨ ਆਫ ਵਰਡਸ ਯੂਜ਼ ਕੀਤੀ ਹੈ। ਕਈ ਵਰਡਸ ਇਹੋ ਜਿਹੇ ਹੁੰਦੇ ਨੇ ਕਿ ਉਹਨਾਂ ਦਾ ਲਾਈਕ ਕੋਈ ਸਿਨੋਨਿਮ ਹੁੰਦਾ ਹੀ ਨਹੀਂ ਐਗਜ਼ੈਕਟ, ਰਾਈਟ, ਉਹ ਆਪਾਂ ਨੂੰ ਐਜ਼ ਸੱਚ ਯੂਜ਼ ਕਰਨੇ ਪੈਂਦੇ ਨੇ। ਅਤੇ ਫੋਰਥ ਹੈ ਤੁਹਾਡਾ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ। ਕੰਪਲੈਕਸ ਸੈਂਟੈਂਸ ਸਟਰਕਚਰਸ ਆਪਾਂ ਨੇ ਯੂਜ਼ ਕੀਤੇ ਨੇ, ਠੀਕ ਹੈ, ਯਾਨੀ ਕਿ ਕੰਪਲੈਕਸ ਸੈਂਟੈਂਸਿਸ ਮਤਲਬ ਕਹਿੰਦੇ ਦੋ ਸੈਂਟੈਂਸਿਸ ਨੂੰ ਜੋੜ ਕੇ ਦੇਅਰਫੋਰ ਵਗੈਰਾ ਨਾਲ, ਜਾਂ ਫਿਰ ਜਿਹੜੇ ਸਬਆਰਡੀਨੇਟ ਸੈਂਟੈਂਸਿਸ ਹੁੰਦੇ ਨੇ ਕਿ ਜਿਹੜਾ ਆਪਣਾ ਡਿਸਪਾਈਟ ਵਾਲਾ ਸੈਂਟੈਂਸ ਸੀਗਾ ਔਰ ਇਨ ਦਾ ਥਰਡ ਬੋਡੀ ਪੈਰਾਗ੍ਰਾਫ ਡਿਸਪਾਈਟ ਦੀ ਆਰਗੂਮੈਂਟਸ ਅਗੇਂਸਟ ਇਟ, ਇਹ ਸਬਆਰਡੀਨੇਟ ਹੋ ਗਿਆ, ਰਾਈਟ। ਅਤੇ ਆਈ ਬਿਲੀਵ ਦੈਟ ਐਡਵਰਟਾਈਜ਼ਮੈਂਟਸ ਸਟਿਲ ਹੈਵ ਅ ਇੱਕ ਸੈਂਟੈਂਸ ਸੀਗਾ, ਇਹ ਸੈਂਟੈਂਸ ਇਹਦੇ ਡਿਪੈਂਡ ਕਰਦਾ ਸੀਗਾ, ਤਾਂ ਇਹ ਕੀ ਹੋਊਗਾ ਇੱਕ ਆਪਣੇ ਆਪ 'ਚ ਕੰਪਲੈਕਸ ਸੈਂਟੈਂਸ। ਓਕੇ, ਸੋ ਆਪਾਂ ਨੇ ਇਹ ਵੀ ਯੂਜ਼ ਕੀਤਾ ਹੈ। ਅਤੇ ਕੋਈ ਗ੍ਰਾਮੈਟੀਕਲ ਐਰਰ ਨਹੀਂ, ਪੰਕਚੁਏਸ਼ਨ, ਵਰਬ, ਟੈਂਸ ਸਭ ਸਹੀ ਤਰੀਕੇ ਨਾਲ ਯੂਜ਼ ਕੀਤਾ। ਸੋ ਓਬਵੀਅਸਲੀ ਇਟ ਇਜ਼ ਐਨ 8+ ਬੈਂਡ essay. In the future I will be coming up with more recent questions ਜਿਹੜੇ ਆ ਰਹੇ ਨੇ। ਇੱਦਾਂ ਹੀ ਆਪਾਂ ਉਹਨਾਂ ਨੂੰ ਸਟੈਪ ਬਾਏ ਸਟੈਪ ਆਨਸਰ ਕਰਾਂਗੇ, ਨਾਲ ਨਾਲ ਲਿਖਾਂਗੇ। ਇਫ ਯੂ ਹੈਵ ਐਨੀ ਡਾਊਟਸ ਪਲੀਜ਼ ਆਸਕ ਮੀ ਇਨ ਦਾ ਕਮੈਂਟ ਸੈਕਸ਼ਨ, ਆਈ ਵਿਲ ਬੀ ਆਨਸਰਿੰਗ ਦੋਜ਼। ਅਗਰ ਤੁਹਾਡੀ ਕੋਈ ਸਪੈਸ਼ਲ ਰਿਕੁਐਸਟ ਹੈ ਕਿ ਇਸ ਚੀਜ਼ 'ਤੇ ਕੰਮ ਕਰਨ ਦੀ ਲੋੜ ਹੈ, ਆਈ ਵਿਲ ਮੇਕ ਅ ਵੀਡੀਓ ਔਨ ਦੈਟ। ਸੋ ਸਟੇ ਟਿਊਨਡ ਐਂਡ ਕੀਪ ਸ਼ੇਅਰਿੰਗ, ਕੀਪ ਵਰਕਿੰਗ ਹਾਰਡ। Bye and have a good day.